ਪੰਜਾਬੀ 'ਚ ਇੱਕ ਕਹਾਵਤ ਹੈ, ਆਪਣੇ ਆਪ ਨੂੰ ਕਮਜ਼ੋਰ ਤੇ ਹਾਰਿਆ ਹੋਇਆ ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ। ਦੋਸਤੋ, ਆਪਣੇ ਆਪ ਨੂੰ ਕਮਜ਼ੋਰ ਤੇ ਹਾਰਿਆ ਹੋਇਆ समझना जीवन का सब तो बड़ा पाप है। यानी कि कभी भी हमें खुद को दूसरों से कम नहीं समझना चाहिए और कभी भी अपने आप को कमजोर नहीं समझना चाहिए। हमें भगवान ने पूरी क्षमता और पूरी शक्ति के साथ ही इस धरती पर भेजा है। अगर हम पूरी मेहनत और लगन से कोशिश करें और खुद पर विश्वास रखें तो यकीन मानिए दुनिया में ऐसा कुछ भी नहीं है जो हम हासिल नहीं कर सकते हैं। नमस्कार दोस्तों, स्वागत है आपका आपके अपने यूट्यूब चैनल लर्निंग कनेक्शन पर, जहां हम सीख रहे हैं पंजाबी भाषा बिल्कुल ही बेसिक लेवल से। अभी हमारा पंजाबी व्याकरण सीरीज चल रहा है जिसमें हम पंजाब स्टेट स्कूल बोर्ड की पंजाबी व्याकरण की पुस्तक पढ़ रहे हैं। वीडियो शुरू करने से पहले आपसे रिक्वेस्ट है कि अगर वीडियो पसंद आए तो प्लीज़ वीडियो को लाइक कीजिए, चैनल को सब्सक्राइब कीजिए, कमेंट कीजिए और साथ ही ये वीडियो उन दोस्तों को जरूर शेयर कीजिए जो पंजाबी भाषा पढ़ना लिखना सीखना चाहते हैं। तो ज़्यादा समय ना लेते हुए चलिए आज की क्लास शुरू करते हैं। 9वीं ਅਤੇ 10ਵੀਂ ਸ਼੍ਰੇਣੀ ਲਈ ਆਧੁਨਿਕ ਪੰਜਾਬੀ ਵਿਆਕਰਣ ਅਤੇ ਲੇਖ ਰਚਨਾ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੀ ਕਿਤਾਬ ਹੈ ਦਾ ਅਸੀਂ ਅਧਿਆਇ 4 ਯਾਨੀ ਕਿ ਚੌਥਾ ਪਾਠ ਅਸੀਂ ਨੇ ਪੜਿਆ ਸੀ, ਜਿਸ ਵਿੱਚ ਲਿਪੀ ਬੋਧ ਬਾਰੇ ਅਸੀਂ ਡਿਟੇਲ 'ਚ ਪੜ੍ਹਿਆ ਸੀ, ਜਿਸ ਵਿੱਚ ਅਸੀਂ ਪੜਿਆ ਸੀ ਕਿ ਗੁਰਮੁਖੀ ਲਿਪੀ ਕੀ ਹੁੰਦੀ ਹੈ, ਲਿਪੀ ਤੇ ਵਰਣਮਾਲਾ ਬਾਰੇ ਡਿਟੇਲ 'ਚ ਪੜਿਆ ਸੀ ਤੇ ਹੋਰ ਅੱਖਰਾਂ ਤੇ ਲੱਗਾ ਬਾਰੇ ਸਾਰੇ ਅਸੀਂ ਪੜਿਆ ਸੀ। ਉਸ ਤੋਂ ਬਾਅਦ ਅਸੀਂ ਨੇ ਲੱਗਾ ਅੱਖਰ ਤੇ ਦੂਤ ਅੱਖਰ ਬਾਰੇ ਵੀ ਪੜਿਆ ਸੀ। ਸੁੰਦਰ ਲਿਖਾਈ ਦਾ ਆਧਾਰ ਕੀ ਹੁੰਦਾ ਹੈ ਇਸ ਬਾਰੇ ਵੀ ਡਿਟੇਲ 'ਚ ਅਸੀਂ ਨੇ ਪਿਛਲੀ ਕਲਾਸ ਵਿੱਚ ਪੜਿਆ ਸੀ। ਅੱਜ ਅਸੀਂ ਇਸ ਲੈਸਨ ਦਾ ਅਭਿਆਸ ਦਾ ਪ੍ਰਸ਼ਨ ਉੱਤਰ ਕਰਾਂਗੇ। ਮੈਨੂੰ ਆਸ਼ਾ ਹੈ ਕਿ ਤੁਸੀਂ ਨੇ ਆਪ ਵੀ ਇਸ ਦਾ ਪ੍ਰਸ਼ਨ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਸ ਦਾ ਪਹਿਲਾ ਪ੍ਰਸ਼ਨ ਹੈ, ਲਿਪੀ ਕੀ ਹੁੰਦੀ ਹੈ? ਕਿਸੇ ਭਾਸ਼ਾ ਵਿਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ ਕਿ ਜੇ ਤੁਸੀਂ ਲੈਸਨ ਨੂੰ ਧਿਆਨ ਨਾਲ ਪੜ੍ਹੋਗੇ, 2 ਵਾਰ 4 ਵਾਰ 5 ਵਾਰ ਪੜ੍ਹੋਗੇ ਤਾਂ ਆਪਣੇ ਆਪ ਹੀ ਤੁਸੀਂ ਸਾਰੇ ਕੁਐਸਚਨ ਦੇ ਆਨਸਰ ਤੁਸੀਂ ਆਪਣੇ ਆਪ ਹੀ ਕਰ ਲਓਗੇ। ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ, ਦੂਜੀ ਲਾਈਨ ਹੈ, ਕਿਸੇ ਭਾਸ਼ਾ ਵਿਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਇਸ ਬਾਰੇ ਮੈਂ ਸਮਝਾਇਆ ਹੋਇਆ ਹੈ ਕਿ ਲਿਪੀ ਕੀ ਹੁੰਦੀ ਹੈ, ਤੁਸੀਂ ਪਿਛਲੇ ਵੀਡੀਓ 'ਚ ਦੇਖ ਸਕਦੇ ਹੋ। ਅਗਲਾ ਪ੍ਰਸ਼ਨ ਹੈ, ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਪੂਰਨ ਤੌਰ ਤੇ ਢੁਕਵੀਂ ਹੈ ਯਾਨੀ ਕਿ ਉਪਯੁਕਤ ਹੈ। ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ? ਗੁਰਮੁਖੀ ਲਿਪੀ ਦੇ ਸਾਰੇ ਅੱਖਰਾਂ ਤੇ ਲੱਗਾ ਆਦਿ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ। ਯਾਨੀ ਕਿ ਗੁਰਮੁਖੀ ਲਿਪੀ ਦੇ ਜਿੰਨੇ ਵੀ ਅੱਖਰ ਤੇ ਲੱਗਾ ਹਨ ਸਾਰੇ ਨੂੰ ਸਮੂਹ ਨੂੰ ਸਾਰੇ ਦੇ ਗਰੁੱਪ ਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਹਨ। ਤੇ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ। ਮੀਨਸ ਉਹਨੂੰ ਇੱਕ ਸੀਰੀਅਲ ਆਰਡਰ 'ਚ ਜਿੰਨੇ ਵੀ ਗੁਰਮੁਖੀ ਲਿਪੀ ਦੇ ਅੱਖਰ ਹਨ ਸਾਰਿਆਂ ਨੂੰ ਸੀਰੀਅਲ ਆਰਡਰ ਵਿੱਚ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ। ਅੱਗੇ ਚੌਥਾ ਪ੍ਰਸ਼ਨ ਹੈ, ਗੁਰਮੁਖੀ ਵਰਣਮਾਲਾ ਦੇ ਕਿੰਨੇ ਵਰਣ ਅਤੇ ਅੱਖਰ ਹਨ? ਗੁਰਮੁਖੀ ਵਰਣਮਾਲਾ ਦੇ ਕੁੱਲ 41 ਅੱਖਰ ਹਨ। ਊੜਾ, ਐੜਾ, ਈੜੀ 3 ਸਵਰਵਾਹਕ ਅੱਖਰ ਅਤੇ ਸੱਸਾ ਤੋਂ ਪੈਰ ਬਿੰਦੀ ਵਾਲੇ ਲੱਲੇ ਤੱਕ 38 ਅੱਖਰ ਵਿਅੰਜਨ ਹਨ। ਗੁਰਮੁਖੀ ਵਰਣਮਾਲਾ ਬਾਰੇ ਅਸੀਂ ਨੇ ਲੈਸਨ ਦੇ ਵਿੱਚ ਡਿਟੇਲ 'ਚ ਪੜ੍ਹਿਆ ਸੀ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਕਦੇ ਵੀ ਕੁਐਸਚਨ ਦਾ ਆਨਸਰ ਉਹਦੇ ਮਾਰਕਸ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਜੇ 1 ਨੰਬਰ ਦਾ ਕੁਐਸਚਨ ਹੈ ਤਾਂ ਤੁਸੀਂ ਬਸ 41 ਅੱਖਰਾਂ ਵੀ ਲਿਖ ਸਕਦੇ ਹੋ ਤਾਂ ਵੀ ਤੁਹਾਨੂੰ ਨੰਬਰ ਮਿਲ ਜਾਣਗੇ। ਜੇ 2 ਨੰਬਰ ਜਾਂ 4-5 ਨੰਬਰ ਦਾ ਕੁਐਸਚਨ ਹੈ ਤਾਂ ਇਸ ਪੈਰਾਗ੍ਰਾਫ ਨੂੰ ਪੜ੍ਹ ਕੇ ਤੁਸੀਂ ਜਿੰਨਾ ਚਾਹੋ ਉਹਨੇ ਡਿਟੇਲ 'ਚ ਇਸ ਕੁਐਸਚਨ ਦਾ ਆਨਸਰ ਲਿਖ ਸਕਦੇ ਹੋ। ਅਗਲਾ ਪ੍ਰਸ਼ਨ ਹੈ, ਪਹਿਲਾਂ ਪ੍ਰਚਲਿਤ ਅੱਖਰਾਂ ਵਿੱਚ ਕੁਝ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਨਵੇਂ ਅੱਖਰ ਬਣਾਏ ਗਏ ਹਨ। ਇਹ ਨਵੇਂ ਅੱਖਰ ਕਿਹੜੇ ਹਨ? ਇਹਨਾਂ ਨਵੇਂ ਅੱਖਰਾਂ ਨੂੰ ਬਣਾਉਣ ਦੀ ਲੋੜ ਕਿਉਂ ਪਈ? ਪਹਿਲਾ ਪ੍ਰਚਲਿਤ ਅੱਖਰ ਸੱਸਾ, ਕੱਖਾ, ਗੱਗਾ, ਜੱਜਾ, ਫੱਫਾ ਇਹ 5 ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਨਵੇਂ ਅੱਖਰ ਬਣਾਏ ਗਏ ਹਨ। ਇਹ ਨਵੇਂ ਅੱਖਰ ਹਨ ਸੱਸੇ ਪੈਰ ਬਿੰਦੀ, ਕੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ। ਅਰਬੀ ਅਗਲਾ ਕੁਐਸਚਨ ਸੀ, ਇਹਨਾਂ ਨਵੇਂ ਅੱਖਰਾਂ ਨੂੰ ਬਣਾਉਣ ਦੀ ਲੋੜ ਕਿਉਂ ਪਈ? ਅਰਬੀ ਅਤੇ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਇਹਨਾਂ ਨਵੇਂ ਅੱਖਰਾਂ ਨੂੰ ਬਣਾਉਣ ਦੀ ਲੋੜ ਪਈ। ਅਗਲਾ ਪ੍ਰਸ਼ਨ ਹੈ, ਲੱਲੇ ਅਤੇ ਲੱਲੇ ਪੈਰ ਬਿੰਦੀ ਵਿੱਚ ਕੀ ਅੰਤਰ ਹੈ? ਲ ਅੱਖਰ ਨੂੰ ਬੋਲਣ ਵੇਲੇ ਜੀਭ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ, ਲੱਲਾ ਲੱਲਾ ਤੁਸੀਂ ਬੋਲ ਕੇ ਦੇਖੋ, ਤੇ ਲੱਲੇ ਪੈਰ ਬਿੰਦੀ ਨੂੰ ਬੋਲਣ ਵੇਲੇ ਜੀਭ ਤਾਲੂ ਨੂੰ ਛੂੰਹਦੀ ਹੈ, ਲੱਲਾ ਉੱਪਰ ਜੀਭ ਉੱਪਰ ਜਾ ਕੇ ਤਾਲੂ ਨੂੰ ਟੱਚ ਕਰਦੀ ਹੈ। ਤੁਸੀਂ ਇਹਨੂੰ ਬੋਲੋਗੇ ਤਾਂ ਤੁਹਾਨੂੰ ਆਪਣੇ ਆਪ ਸਮਝ ਆਏਗਾ। ਅਗਲਾ ਪ੍ਰਸ਼ਨ ਹੈ, ਦੁੱਤ ਅੱਖਰ ਕਿਸ ਨੂੰ ਆਖਦੇ ਹਨ? ਉਦਾਹਰਨ ਸਹਿਤ ਲਿਖੋ। ਗੁਰਮੁਖੀ ਲਿਪੀ ਵਿੱਚ ਹਾਹਾ, ਰਾੜਾ, ਵਾਵਾ 3 ਅਜਿਹੇ ਅੱਖਰ ਹਨ ਜਿਨ੍ਹਾਂ ਦੀ ਵਰਤੋਂ ਇਹਨਾਂ ਦੇ
मूल रूप ਵਿੱਚ ਅਰਥਾਤ ਆਮ ਚਿੰਨ੍ਹ ਵਾਂਗ ਵੀ ਕੀਤੀ ਜਾ ਸਕਦੀ ਹੈ ਅਤੇ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਵੀ ਕੀਤੀ ਜਾ ਸਕਦੀ ਹੈ, ਜਿਵੇਂ ਪੜ੍ਹ, ਪ੍ਰੇਮ, ਸਵਰ ਆਦि। ਅੱਗੇ ਬਿੰਦੀ ਕਿਹੜੀ ਕਿਹੜੀ ਲੱਗ ਨਾਲ ਲੱਗਦੀ ਹੈ, ਉਦਾਹਰਨ ਸਹਿਤ ਦੱਸੋ। ਬਿੰਦੀ ਦੀ ਵਰਤੋਂ ਕੰਨਾ, ਬਿਹਾੜੀ, ਲਾਂ, ਦੁਲਾਵਾਂ, ਘੋੜਾ ਅਤੇ ਕਨੌੜਾ ਨਾਲ ਲੱਗਦੀ ਹੈ, ਜਿਵੇਂ ਬਾਂਦਰ, ਨੀਂਦ, ਪੀਂਗ, गेंद, बैंगन, गोंद, कदो, तौंस आदि। ये क्वेश्चन गवर्नमेंट एग्जाम में भी आ सकता है, तो इस तरह के जो क्वेश्चंस होते हैं, इस तरह की जो लाइंस होती है, उसको आप स्पेशली एक नोट्स बना लें और उसको याद करें। अगला क्वेश्चन है ऊड़ा अखर नाल केरे नासकी चिन्ह दी वरतों हुंदी है। ऊड़ा अखर नू लगे, लगे मतलब मात्रा, औंकर ਅਤੇ दुलंकर, औंकर और दुलंकर दो मात्रा के साथ ऊड़ा अखर के साथ बिंदी की वरतों हुंदी है, जिवें उंगली। इस तरह के और भी अक्षर, इस तरह के और भी शब्द अगर आपको कहीं मिले तो उसको यहाँ पे एग्जाम्पल में लिख सकते हैं। यहाँ पे देखिए दुलंकर की स्पेलिंग गलत लिखी गई है, उस इस तरह लिखेंगे। ਅੱਗੇ ਉਹ ਕਿਹੜਾ ਅੱਖਰ ਹੈ ਜਿਸ ਦੇ ਨਾਲ ਹੋੜਾ ਲੱਗ ਲਾਉਣ ਲਈ उस अक्षर ਦਾ मुंह खुला कर दिया जाता है। होड़ा यानी कि ओ की मात्रा लगाने के लिए कौन सा अक्षर है जिसका ऊपर से मुंह खुला कर दिया जाता है। हमने पढ़ा था ऊड़ा नु, ऊड़ा या ऊ अक्षर लिखने लिए ऊपर देखो ओ लिखने के लिए ऊपर यहाँ से खोल देते हैं। अगला प्रश्न है अद्धक दी वरतों कदों कीती जाती है। शब्द विच जे किसी धुनी उत्ते दबाव ਜਾਂ ਖਾਸ ਬਲ ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵੇਲੇ ਅੱਖਰ ਤੋਂ ਪਹਿਲੇ ਅੱਖਰ ਉੱਤੇ अद्धक ਦਾ चिन्ह लाया जाता है। यानी कि जिस अक्षर पर दबाव देना हो तो उस अक्षर के पहले अक्षर के ऊपर दबाव दिया जाता है। जैसे यहाँ पे लिखा है अखड़, ख के ऊपर जोर डल रहा है तो अ के ऊपर अद्धक डाला गया है। विच, च के ऊपर जोर पड़ रहा है तो वावे के ऊपर अद्धक डाला गया है। इस तरह के एग्जाम्पल भी आप यहाँ लिख सकते हैं। अगला प्रश्न है अद्धक केरिया लग्गा नाल आ सकती है, यानी कि अद्धक कौन सी मात्राओं के साथ आ सकता है। अद्धक केवल मुक्ता यानी कि बिना मात्रा वाले शब्द, सिहाड़ी या औंकर लग्गा नाल कीती जाती है। यानी कि अद्धक का प्रयोग सिर्फ मुक्ता, सिहारी या औंकर यानी कि ऊ की मात्रा वाले शब्दों के साथ ही प्रयोग किया जाता है। जिਵੇਂ वट मुक्ता है, ये बिना मात्रा वाले शब्द है। वट, पिता, कुत्ता, देखो यहाँ पे ऊ के साथ है, यहाँ पे ई के साथ है, सिहारी, यहाँ पे औंकर दी मात्रा। इस तरह के क्वेश्चंस आप दिमाग में याद रखेंगे, ये गवर्नमेंट एग्जाम के टाइम भी आपको हेल्पफुल रहेगा। अगला प्रश्न है मुक्ता लग तो की पाव है। मुक्ता अस्वर ਧੁਨੀ ਨੂੰ ਕਹਿੰਦੇ ਹਨ, ਪਰ ਇਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ ਹੈ। ਪੰਜਾਬੀ ਲਿਖਣ ਵੇਲੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਹੈ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲੇ ਅੱਖਰ ਮੰਨਿਆ ਜਾਂਦਾ ਹੈ, ਜਿਵੇਂ ਘੜ, पढ़, सर, कर आदि। मुक्ता यानी कि बिना मात्रा वाले शब्द, जिनमें कोई लग नहीं लगती, जिनमें कोई मात्रा नहीं होती, उस तरह के शब्दों को मुक्ता लग वाले शब्द कहा जाता है। अगला प्रश्न है सोना लिखण लई किहड़ियां-किहड़ियां गल्लां दा ध्यान रखना चाहिदा है। सोना मतलब सुंदर लिखने के लिए किहड़ियां-किहड़ियां कौन-कौन से गल्लां दा, बातों का ध्यान रखना चाहिए। सोना लिखण लई सारे अक्षरां दे आकार ਨੂੰ ਇੱਕੋ ਜਿਹਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਾਲ ਲੱਗੀਆਂ ਲੱਗਾ ਦੀ ਥਾਂ ਅਤੇ आकार अक्षरा अनुसार ही होने चाहिए हैं। सुंदर लिखने के लिए सभी अक्षरों का आकार एक जैसा होना चाहिए और उसके साथ लगी जो मात्राएं होती हैं, लग्गा मतलब मात्रावां की जगह और आकार अक्षर के अनुसार ही होने चाहिए। शब्दां विच अक्षरां दी ਅਤੇ वाक विच शब्दां दी आपसी विथ मतलब दूरी समान होनी चाहिए। कागज उत्ते हासियां छड्डण, पैरा बनाउण, विश्राम चिन्ह ਅਤੇ शब्द जोड़ा बारे सुचेत रहन नाल लिखाई सोनी लगती है। मतलब कागज के ऊपर जब हम लिखते हैं तो हाथ से साइड में छोड़ते हैं, वो पैरा बनाते हैं, और विश्राम चिन्ह और शब्द जोड़ बारे जो भी हम लिखते हैं उसको अगर थोड़ा सुचेत होकर लिखें, थोड़ा सही अनुपात में उनको लिखें, तो हमारी लिखाई सुंदर दिखेगी। लिखे हुए अक्षर ना तो इन्ने बरीक होन कि पढ़न विच औखे होन, ना ही इन्ने बड़े कि भद्दे लगन। लिखाई के अक्षर ना तो छोटे होने चाहिए ना ही बड़े, वो इतने होने चाहिए कि देखने में सुंदर दिखे। अगला प्रश्न है किसी अक्षर नाल लगा अक्षर बिंदी, टिप्पी ਅਤੇ अद्धक लाउन ਜਾਂ ना लाउन ਪੈਂਦੇ अर्थ अंतर दिया 5 उदाहरण लिखो। बोला कि किसी अक्षर के साथ लगा अक्षर यानी कि मात्रा बिंदी, टिप्पी और अद्धक, ये तीनों को नहीं लगाने पर और लगाने पर क्या फर्क पड़ेगा, उसके उदाहरण देने हैं। यहाँ अगर ये प्रश्न 5 या 10 नंबर के लिए अगर आता है तो आप बिंदी, टिप्पी और अद्धक का डेफिनेशन भी लिख सकते हैं, लेकिन मैंने यहाँ जस्ट एग्जांपल ही लिखा है, डेफिनेशन नहीं लिखा है। डेफिनेशन आप लेसन से लिख सकते हैं। यहाँ पे लिखा गेंद, गेंद
देखो बिंदी ना लगाने पे क्या फर्क पड़ेगा, गेंद न की आवाज आ रही है, गेंद न की आवाज नहीं आएगी। उंगली उगली, बैंगन बैगन, पींग पीग, कदों कदो, दोनों में फर्क पड़ रहा है। टिप्पी लाउन या ना लाउन पहनदे अर्थ अंतर, मतलब टिप्पी लगाने या ना लगाने से जो अर्थ में अंतर पड़ेगा उसके एग्जाम्पल दिए है। कन्ना कन्ना, देखो कन्ना न पे जोर पड़ा है, अगर न नाक से आवाज आ रही है, यहाँ पे कना कना हो गया। संग सग, देखो घ हो गया, सग सग, संग सग, अंतर पड़ गया। मुंडा मुड्डा, बूंद बूद, मुंह मुंह, यहाँ पे नाक से न के बारे मुंह, न की आवाज आ रही नाक से, लेकिन यहाँ पे हम मुंह नहीं बोलेंगे, मुंह 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 मुंह, अंतर पड़ गया। ऐसे ही अदक लाउन या ना लाउन नाल पहनदे अर्थ अंतर, अदक लगाने से क्या अंतर पड़ेगा, ट पे जोर पड़ेगा, वट 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 वट, पित्त पित्त, दोनों में फर्क पड़ गया। त के ऊपर यहाँ जोर पड़ रहा है, यहाँ पे नहीं पड़ेगा, पित्त पित्त। कुत्ता कुत्ता, अखर अखर, अख अख, अब यहाँ पे अख अख अख, दोनों में फर्क है। इस तरह से हमने चौथे लेसन का सारे प्रश्न उत्तर आज किए हैं। आई होप आपको अच्छे से समझ आ गया है। फिर भी कोई डाउट या सुझाव हो तो आप कमेंट बॉक्स में लिख के मुझे जरूर बताइए। अगली क्लास में हम नेक्स्ट लेसन पढ़ेंगे। अगर वीडियो पसंद आया तो प्लीज वीडियो को लाइक कीजिए, चैनल पर नए हैं तो चैनल को सब्सक्राइब कीजिए और साथ ही अपने दोस्तों को भी शेयर कीजिए जो पंजाबी व्याकरण सीखना चाहते हैं या फिर किसी पंजाब स्टेट गवर्नमेंट की तैयारी कर रहे हैं, उनके लिए वीडियो बहुत ही हेल्पफुल रहेगा। तो मिलते हैं अगली वीडियो में, अपना ख्याल रखिएगा। धन्यवाद।